ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਜਿਸ ਦਾ ਸਿਰਲੇਖ ਹੈ ਗੁਰੂ ਨਾਨਕ ਅਤੇ ਰੱਬੀ ਮਿਹਰ। ਗੁਰੂ ਨਾਨਕ ਦੇਵ ਸਦਾਚਾਰਕ ਖਿੱਚੋ ਤਾਣ ਦੇ ਸ਼ੋਰ ਸ਼ਰਾਬੇ ਦੇ ਵਾਤਾਵਰਣ ਵਿੱਚ ਪ੍ਰਗਟ ਹੋਏ, ਪਰ ਉਹ ਆਪ ਸ਼ਾਂਤ ਤੇ ਅਡੋਲ ਸਨ। ਆਪ ਦੇਵ ਮੰਡਲ ਦੀ ਨਵ ਪ੍ਰਤਿਭਾ ਵਜੋਂ ਉਜਾਗਰ ਹੋਏ। ਆਪ ਦਾ ਆਗਮਨ ਸਹਿਜ ਪ੍ਰਕਾਸ਼ ਦੀ ਨਿਆਈ ਸੀ। ਆਪ ਦਾ ਵਿਅਕਤਿਤਵ ਬੁੱਧ ਦੇ ਵਿਅਕਤਿਤਵ ਸਮਾਨ ਸੀ, ਜੋ ਕਰਤਾਰ ਦੀ ਕਰਤਾਰਤਾ ਦੀ ਅਨੁਪਮ ਸਿਰਜਣਾ ਸੀ। ਆਪ ਦੀ ਨਜ਼ਰ ਵਿੱਚ ਕੋਈ ਵੀ ਕਾਫਰ ਨਹੀਂ ਸੀ ਤੇ ਹਰ ਕੋਈ ਪ੍ਰਭੂ ਦੀ ਮਿਹਰ ਦਾ ਜਾਚਕ ਸੀ। ਗੁਰੂ ਜੀ ਦਾ ਕਥਨ ਹੈ ਕਿ ਮੁਸਲਮਾਨ, ਈਸਾਈ, ਹਿੰਦੂ, ਸਿੱਖ ਸਭ ਨੂੰ ਸੱਚੇ ਇਨਸਾਨ ਬਣਨ ਦੀ ਲੋੜ ਹੈ। ਫਿਰ ਦੁਹਰਾ ਦਈਏ ਕਿ ਆਪ ਦੀ ਨਜ਼ਰ ਵਿੱਚ ਕੋਈ ਵੀ ਕਾਫਰ ਨਹੀਂ ਸੀ ਅਤੇ ਹਰ ਕੋਈ ਪ੍ਰਭੂ ਦੀ ਮਿਹਰ ਦਾ ਜਾਚਕ ਸੀ। ਗੁਰੂ ਜੀ ਦਾ ਕਥਨ ਹੈ ਕਿ ਮੁਸਲਮਾਨ, ਈਸਾਈ, ਹਿੰਦੂ, ਸਿੱਖ ਸਭ ਨੂੰ ਸੱਚੇ ਇਨਸਾਨ ਬਣਨ ਦੀ ਲੋੜ ਹੈ। ਸਾਰਿਆਂ ਨੂੰ ਉਸ ਵਿਸ਼ਵ ਵਿਆਪੀ ਆਤਮਾ ਦੀ ਦਇਆ ਦੀ ਲੋੜ ਹੈ ਜੋ ਆਪਣੀ ਸਾਜੀ ਹੋਈ ਕੁਦਰਤ ਵਿੱਚ ਵਿਆਪਕ ਹੈ। ਉਸ ਦੀ ਸਾਜੀ ਹੋਈ ਕੁਦਰਤ ਉਸੇ ਦਾ ਹੀ ਸਾਖਿਆਤ ਸਰੂਪ ਹੈ ਜਿਸ ਵਿੱਚੋਂ ਅਸੀਂ ਪ੍ਰਭੂ ਦੀ ਸਰੀਰਕ ਛੋਹ ਨੂੰ ਮਾਣ ਤੇ ਪਰਸ ਸਕਦੇ ਹਾਂ। ਕੁਦਰਤ ਕੋਈ ਘੁੰਮ ਰਹੀ ਨਿਰਜਿੰਦ ਮਸ਼ੀਨ ਨਹੀਂ ਹੈ। ਫਿਰ ਦੁਹਰਾ ਦਈਏ, ਸਾਰਿਆਂ ਨੂੰ ਉਸ ਵਿਸ਼ਵ ਵਿਆਪੀ ਆਤਮਾ ਦੀ ਦਇਆ ਦੀ ਲੋੜ ਹੈ ਜੋ ਆਪਣੀ ਸਾਜੀ ਹੋਈ ਕੁਦਰਤ ਵਿੱਚ ਵਿਆਪਕ ਹੈ। ਉਸ ਦੀ ਸਾਜੀ ਹੋਈ ਕੁਦਰਤ ਉਸੇ ਦਾ ਹੀ ਸਾਖਿਆਤ ਸਰੂਪ ਹੈ ਜਿਸ ਵਿੱਚੋਂ ਅਸੀਂ ਪ੍ਰਭੂ ਦੀ ਸਰੀਰਕ ਛੋਹ ਨੂੰ ਮਾਣ ਤੇ ਪਰਸ ਸਕਦੇ ਹਾਂ। ਕੁਦਰਤ ਕੋਈ ਘੁੰਮ ਰਹੀ ਨਿਰਜਿੰਦ ਮਸ਼ੀਨ ਨਹੀਂ ਹੈ। ਗੁਰੂ ਨਾਨਕ ਝੂਠੇ ਮਤਾਂ, ਮਤਾਂਤਰਾਂ, ਕੁਟਿਲ ਰਾਜਨੀਤੀ ਤੇ ਅਨਿਆਂ ਭਰਪੂਰ ਸਮਾਜਿਕ ਪ੍ਰਬੰਧ ਦਾ ਖੰਡਨ ਕਰਦੇ ਹਨ। ਉਹ ਆਪਣੇ ਸਮੇਂ ਦੇ ਥੋਥੇ ਧਰਮ ਗ੍ਰੰਥਾਂ ਤੇ ਪ੍ਰਚਲਿਤ ਵਾਦਾਂ ਨੂੰ ਨਿੰਦਦੇ ਹਨ। ਆਪ ਖੁਸ਼ਕ ਤਿਆਗ ਅਤੇ ਫੋਕੇ ਸੁਚਮ ਨੂੰ ਸਵੀਕਾਰ ਨਹੀਂ ਕਰਦੇ। ਹਠ ਯੋਗ, ਸਾਧਨਾ, ਸੁਨ ਸਮਾਦ, ਮਾਲਾ ਫੇਰਨਾ, ਨਮਾਜ਼ਾਂ, ਰੋਜ਼ੇ, ਵਰਤ, ਧਾਰਮਿਕ ਪਖੰਡਾਂ ਦੇ ਬਾਹਰਲੀ ਕਰਮਕਾਂਡਾਂ ਅਤੇ ਰਾਜਨੀਤਿਕ ਦੰਭ ਦੇ ਆਪ ਅਸਲੋਂ ਹੀ ਵਿਰੋਧੀ ਹਨ। ਆਪ ਨੇ ਇਹਨਾਂ ਵਿੱਚੋਂ ਕਿਸੇ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਅਤੇ ਇਹਨਾਂ ਬਾਰੇ ਖਰੀਆਂ ਸੁਣਾਈਆਂ ਹਨ। ਉਸ ਸਮੇਂ ਸੰਸਾਰ ਅਤੇ ਮਨੁੱਖ ਦੋਵੇਂ ਹੀ ਅੰਧਕਾਰ ਵਿੱਚ ਗਰਸੇ ਹੋਏ ਸਨ। ਫਿਰ ਦੁਹਰਾ ਦਈਏ, ਆਪ ਖੁਸ਼ਕ ਤਿਆਗ ਅਤੇ ਫੋਕੇ ਸੁਚਮ ਨੂੰ ਸਵੀਕਾਰ ਨਹੀਂ ਕਰਦੇ। ਹਠ ਯੋਗ, ਸਾਧਨਾ, ਸੁਨ ਸਮਾਦ, ਮਾਲਾ ਫੇਰਨਾ, ਨਮਾਜ਼ਾਂ, ਰੋਜ਼ੇ, ਵਰਤ, ਧਾਰਮਿਕ ਪਖੰਡਾਂ ਦੇ ਬਾਹਰੀ ਕਰਮਕਾਂਡਾਂ ਅਤੇ ਰਾਜਨੀਤਿਕ ਦੰਭ ਦੇ ਆਪ ਅਸਲੋਂ ਹੀ ਵਿਰੋਧੀ ਸਨ। ਆਪ ਨੇ ਇਹਨਾਂ ਵਿੱਚੋਂ ਕਿਸੇ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਤੇ ਇਹਨਾਂ ਬਾਰੇ ਖਰੀਆਂ ਸੁਣਾਈਆਂ ਹਨ। ਉਸ ਸਮੇਂ ਸੰਸਾਰ ਅਤੇ ਮਨੁੱਖ ਦੋਵੇਂ ਹੀ ਅੰਧਕਾਰ ਵਿੱਚ ਗਰਸੇ ਹੋਏ ਸਨ। ਸੱਚਾ ਇਸਲਾਮ ਧਰਮ ਤਾਂ ਕਾਫੀ ਚਿਰ ਪਹਿਲਾਂ ਪਤਨ ਵੱਲ ਜਾ ਚੁੱਕਾ ਸੀ, ਜੋ ਕਿਸੇ ਸਮੇਂ ਬਹੁਤ ਵੱਡੀ ਆਤਮਿਕ ਸ਼ਕਤੀ ਵਜੋਂ ਉਭਰਿਆ ਅਤੇ ਜਿਸ ਨੇ ਜਨ ਸਮੂਹ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਦਿੱਤਾ ਸੀ। ਪਰ ਹੁਣ ਤਾਂ ਇਸ ਧਰਮ ਨੇ ਸੰਪਰਦਾਇ ਪਰੰਪਰਾ ਨੂੰ ਅਪਣਾ ਲਿਆ ਸੀ ਅਤੇ ਚੁਣੇ ਹੋਏ ਆਗੂ ਵੀ ਪੁਰਾਣੇ ਜੇਤੂ ਆਰੀਆਂ ਤੇ ਬ੍ਰਾਹਮਣਾਂ ਦੀ ਤਰ੍ਹਾਂ ਜ਼ਾਲਮਾਨਾ ਵਿਹਾਰ ਕਰਨ ਲੱਗ ਪਏ ਸਨ। ਇਸ ਵੇਲੇ ਜਿਸ ਤਰ੍ਹਾਂ ਦਾ ਇਸਲਾਮ ਧਰਮ ਭਾਰਤ ਵਿੱਚ ਸਥਾਪਿਤ ਹੋ ਰਿਹਾ ਸੀ, ਉਹ ਇੱਕ ਜ਼ੋਰ ਜ਼ਬਰ ਦਾ ਪ੍ਰਮਾਣ ਸੀ। ਧਰਮ ਤਾਂ ਈਸਾਈਆਂ ਤੇ ਹਿੰਦੂਆਂ ਦੀ ਤਰ੍ਹਾਂ ਇੱਕ ਮੂੰਹ ਰੱਖਣੀ ਗੱਲ ਹੀ ਬਣ ਗਿਆ ਸੀ। ਧਰਮ ਦੀ ਥਾਂ ਇਹ ਬਾਹਰੀ ਗੱਲਾਂ ਸਮਾਜਿਕ ਤੇ ਰਾਜਨੀਤਿਕ ਅਤਿਆਚਾਰ ਦੀ ਥਾਂ ਲੈ ਚੁੱਕੀਆਂ ਸਨ। ਗੁਰੂ ਨਾਨਕ ਦੇਵ ਜੀ ਨੇ ਬੜੀ ਦਲੇਰੀ ਨਾਲ ਮੁਸਲਮਾਨਾਂ ਤੇ ਹਿੰਦੂਆਂ ਦੀਆਂ ਚਿਰੰਕਾਲ ਤੋਂ ਪ੍ਰਚਲਿਤ ਧਾਰਮਿਕ ਰੀਤਾਂ ਨੂੰ ਆਪਣੇ ਹੱਥਾਂ ਵਿੱਚ ਪਕੜ ਲਿਆ ਅਤੇ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ। ਇਹਨਾਂ ਉਲਾਰ ਗੱਲਾਂ ਨੂੰ ਪਰੇ ਸੁੱਟ ਕੇ ਬੇਸਮਝੀ ਦੇ ਭਰਮ ਜਾਲ ਨੂੰ ਤਾਰ ਕਰਕੇ ਅਤੇ ਮਕਰ ਫਰੇਬਾਂ ਨੂੰ ਜੜੋਂ ਪੁੱਟ ਦਿੱਤਾ। ਹਾਂਜੀ, ਗੁਰੂ ਨਾਨਕ ਦੇਵ ਜੀ ਨੇ ਬੜੀ ਦਲੇਰੀ ਨਾਲ ਮੁਸਲਮਾਨਾਂ ਤੇ ਹਿੰਦੂਆਂ ਦੀਆਂ ਚਿਰੰਕਾਲ ਤੋਂ ਪ੍ਰਚਲਿਤ ਧਾਰਮਿਕ ਰੀਤਾਂ ਨੂੰ ਆਪਣੇ ਹੱਥਾਂ ਵਿੱਚ ਪਕੜ ਲਿਆ ਅਤੇ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ।
ਇਹਨਾਂ ਉਲਾਰ ਗਲਾਂ ਨੂੰ ਪਰੇ ਸੁੱਟ ਕੇ ਬੇਸਮਝੀ ਦੇ ਭਰਮ ਜਾਲ ਨੂੰ ਤਾਰ-ਤਾਰ ਕਰਕੇ ਮੱਕਰ ਫਰੇਬਾਂ ਨੂੰ ਜੜੋਂ ਪੁੱਟ ਦਿੱਤਾ। ਗੁਰੂ ਨਾਨਕ ਦੇਵ ਦਾ ਇਹ ਸ਼ਾਂਤ ਚਿੱਤ ਟਿਕਾਓ ਮਹਾਮਾਨਵੀ ਸੀ। ਇਹ ਤਾਂ ਪਰਮਾਤਮਾ ਦੀ ਉਸ ਸ਼ਕਤੀ ਦਾ ਪ੍ਰਮਾਣ ਸੀ ਜੋ ਆਪ ਦੇ ਪਾਵਨ ਵਿਅਕਤਿਤਵ ਵਿੱਚ ਵਿਦਮਾਨ ਸੀ। ਲੂਥਰ ਦੇ ਪੋਪ ਦੇ ਬਲਦਾਂ ਦਾ ਜੋਸ਼ੀਲੇ ਢੰਗ ਨਾਲ ਸਾੜਨ ਫੂਕਣ ਦਾ ਜਜ਼ਬਾਤੀ ਨਾਟਕ ਤਾਂ ਕੇਵਲ ਇੱਕ ਮਨੁੱਖ ਦੇ ਗੁੱਸੇ ਤੇ ਕਹਿਰ ਦੀ ਖੇਡ ਸੀ। ਇਹ ਤਾਂ ਇੱਕ ਅਸਾਧਾਰਨ ਮਨੁੱਖੀ ਬਲ ਦਾ ਇੱਕ ਛੋਟਾ ਜਿਹਾ ਨਾਟਕੀ ਦ੍ਰਿਸ਼ੀ ਸੀ। ਅਨੰਤ ਪ੍ਰਭੂ ਦੀ ਸੱਚੀ ਸ਼ਕਤੀ ਦਾ ਪ੍ਰਗਟਾਓ ਕਦੇ ਵੀ ਅਜਿਹੇ ਉਤੇਜਨਾ ਪੂਰਵਕ ਰੂਪ ਵਿੱਚ ਪ੍ਰਗਟ ਨਹੀਂ ਹੋਇਆ। ਨਾ ਹੀ ਕਦੀ ਇਸ ਤਰ੍ਹਾਂ ਅਤਵਾਦੀ ਜਾਂ ਅਸਾਧਾਰਨ ਰੂਪ ਦਾ ਨਾਟਕੀ ਰੂਪ ਧਾਰਨ ਕਰਦਾ ਹੈ। ਇਹ ਤਾਂ ਉਹ ਸ਼ਕਤੀਸ਼ਾਲੀ ਸ਼ਾਂਤ ਚਿੱਤ ਟਿਕਾਓ ਦਾ ਰੂਪ ਧਾਰਨ ਕਰਦਾ ਹੈ ਜੋ ਬੜਾ ਅਸਗਾਹ ਤੇ ਡੂੰਘਾ ਹੁੰਦਾ ਹੈ। ਉਸ ਸਮੇਂ ਪੰਜਾਬ ਵਿੱਚ ਗੁਰੂ ਜੀ ਦੀ ਇੱਕ ਤਕਣੀ, ਇੱਕ ਮੁਸਕਾਨ ਤੇ ਹਜ਼ੂਰੀ ਦਰਸ਼ਨ ਨਾਲ ਹੀ ਇਹਨਾਂ ਸਾਰੇ ਧਾਰਮਿਕ ਪਰਪੰਚਾਂ ਦਾ ਸਰਵਨਾਸ਼ ਹੋ ਗਿਆ। ਇਹਨਾਂ ਸਭ ਮੁਰਦਾ ਰਵਰੀਤਾਂ ਦਾ ਅੰਤ ਹੋ ਗਿਆ। ਹਾਂਜੀ, ਫਿਰ ਦੁਹਰਾ ਦਈਏ, ਉਸ ਸਮੇਂ ਪੰਜਾਬ ਵਿੱਚ ਗੁਰੂ ਜੀ ਦੀ ਇੱਕ ਤਕਣੀ, ਇੱਕ ਮੁਸਕਾਨ ਤੇ ਹਜ਼ੂਰੀ ਦਰਸ਼ਨ ਨਾਲ ਹੀ ਇਹਨਾਂ ਸਾਰੇ ਧਾਰਮਿਕ ਪਰਪੰਚਾਂ ਦਾ ਸਰਵਨਾਸ਼ ਹੋ ਗਿਆ। ਇਹਨਾਂ ਸਭ ਮੁਰਦਾ ਰਵਰੀਤਿਆਂ ਦਾ ਅੰਤ ਹੋ ਗਿਆ। ਇਸਲਾਮ ਅਤੇ ਹਿੰਦੂ ਧਰਮਾਂ ਦੇ ਝੂਠੇ ਭੇਖਾਚਾਰ ਛਾਈ ਮਾਈ ਹੋ ਗਏ। ਇਹਨਾਂ ਨੂੰ ਸੱਚੇ ਈਮਾਨ ਨਾਲ ਜੁੜਨ ਦੀ ਪ੍ਰੇਰਨਾ ਮਿਲੀ। ਦੋਹਾਂ ਜਨ ਸਮੂਹਾਂ ਦੇ ਹਿਰਦੇ ਆਪ ਜੀ ਦੀ ਹੋਂਦ ਨਾਲ ਭਰਪੂਰ ਹੋ ਗਏ। ਲੋਕਾਂ ਨੇ ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਭੁਲਾ ਦਿੱਤਾ। ਉਹਨਾਂ ਨੂੰ ਗੁਰੂ ਜੀ ਦੇ ਰੂਪ ਵਿੱਚ ਉਹ ਹਸਤੀ ਮਿਲ ਗਈ ਜੋ ਉਹਨਾਂ ਦਾ ਮਿੱਤਰ, ਸਹਾਇਕ ਤੇ ਪ੍ਰਭੂ ਸੀ ਅਤੇ ਜਿਸ ਨੂੰ ਉਹ ਦੁੱਖਾਂ ਕਸ਼ਟਾਂ ਵਿੱਚ ਪੁਕਾਰਦੇ ਰਹੇ ਸਨ। ਅਨੇਕ ਪ੍ਰਕਾਰ ਦੇ ਰਮਤੇ ਸਾਧੂ ਸੰਤ ਲੋਕਾਂ ਕੋਲ ਆਉਂਦੇ, ਉਹਨਾਂ ਦੇ ਸਾਹਮਣੇ ਬਿਰਛਾਂ ਥੱਲੇ ਧੂਣੀਆਂ ਤਪਾਉਂਦੇ ਅਤੇ ਫਿਰ ਉਹਨਾਂ ਗਰੀਬਾਂ ਦੇ ਘਰਾਂ ਤੋਂ ਹੀ ਮੰਗ ਪਿੰਨ ਕੇ ਆਪਣੀ ਉਦਰ ਪੂਰਤੀ ਕਰਦੇ। ਪਰ ਹੁਣ ਪ੍ਰਭੂ ਆਪ ਉਹਨਾਂ ਦੇ ਵਿੱਚ ਆ ਗਿਆ ਸੀ। ਉਹ ਕਿਤੋਂ ਵੀ ਨਹੀਂ ਸੀ ਆਇਆ, ਉਹ ਤਾਂ ਮਾਨਵ ਰੂਪ ਵਿੱਚ ਪ੍ਰਗਟ ਸੀ। ਫਿਰ ਵੀ ਉਸ ਦੇ ਕੁਝ ਕੌਤਕ ਤੇ ਕਰਾਮਾਤਾਂ ਰਹੱਸਮਈ ਤੇ ਅਗਮ ਨਿਗਮ ਵਾਲੀਆਂ ਸਨ, ਜੋ ਕੁਦਰਤੀ ਹੁੰਦੀਆਂ ਹੋਈਆਂ ਵੀ ਅਲੌਕਿਕ ਪ੍ਰਤੀਤ ਹੁੰਦੀਆਂ ਸਨ। ਹੁਣ ਪ੍ਰਭੂ ਉਹਨਾਂ ਦੇ ਸਨਮੁਖ ਸੀ। ਇਸੇ ਪ੍ਰਭੂ ਨੂੰ ਉਹ ਹਰੇ ਕ੍ਰਿਸ਼ਨ ਜਾਂ ਹਰੇ ਰਾਮ ਕਹਿ ਕੇ ਪੁਕਾਰਦੇ ਰਹੇ ਸਨ। ਪਰ ਇਹ ਪ੍ਰਭੂ ਤਾਂ ਮਨੁੱਖ ਰੂਪ ਵਿੱਚ ਪ੍ਰਗਟ ਹੋਇਆ ਸੀ। ਲੋਕਾਂ ਦੀ ਖੁਸ਼ੀ ਦਾ ਕੋਈ ਆਰ ਪਾਰ ਨਹੀਂ ਸੀ। ਇਸ ਪ੍ਰਭੂ ਪ੍ਰੀਤਮ ਦੇ ਮੁਖਾਰ ਬਿੰਦ ਵਿੱਚੋਂ ਨਿਕਲਿਆ ਹਰ ਸ਼ਬਦ ਪੁਰਾਤਨ ਧਰਮ ਗ੍ਰੰਥਾਂ ਵਰਗਾ ਪਵਿੱਤਰ ਤੇ ਹੋ ਚੁੱਕੇ ਮਹਾਂਪੁਰਖਾਂ ਵਾਲਾ ਸੀ, ਜਿਨ੍ਹਾਂ ਸਭ ਦੇ ਬੋਲ ਉਹਨਾਂ ਦੇ ਬੋਲਾਂ ਵਿੱਚ ਆ ਸਮਾਏ ਸਨ। ਇਹ ਕੌਤਕ ਤੱਕ ਕੇ ਲੋਕਾਂ ਦੀ ਆਤਮਾ ਵਿੱਚ ਇੱਕਦਮ ਸਰਵਉੱਚ ਪ੍ਰਭੂ ਸਤਾ ਦਾ ਆਭਾਸ ਹੋ ਗਿਆ। ਪੰਡਤ ਤੇ ਵਿਦਵਾਨ ਹੁਣ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਕਰਨ ਲੱਗੇ। ਉਹਨਾਂ ਨੇ ਜਾਣ ਲਿਆ ਸੀ ਕਿ ਇਹ ਗੁਰੂ ਦਾ ਸ਼ਬਦ ਉਹਨਾਂ ਦਾ ਸਹਾਇਕ ਹੈ, ਪਰ ਸੱਚ ਦੇ ਜਗਿਆਸੂਆਂ ਤੇ ਜਨ ਸਾਧਾਰਨ ਲਈ ਗੁਰੂ ਜੀ ਦਾ ਆਗਮਨ ਕੋਈ ਇਸ ਤਰ੍ਹਾਂ ਦੀ ਸਿੱਧੀ ਸਾਦੀ ਘਟਨਾ ਸੀ ਜਿਵੇਂ ਉਹਨਾਂ ਦੇ ਕੱਚ ਕੋਠਿਆਂ ਉੱਤੇ ਸੂਰਜ ਦਾ ਪ੍ਰਕਾਸ਼ ਹੋ ਗਿਆ ਹੋਵੇ, ਸੁਨਹਿਰੀ ਧੁੱਪ ਚੜ ਗਈ ਹੋਵੇ। ਉਹਨਾਂ ਨੂੰ ਆਪਣੇ ਸਭ ਕਸ਼ਟਾਂ ਨੂੰ ਨਿਵਾਰਨ ਵਾਲੀ ਔਸ਼ਧੀ ਮਿਲ ਗਈ ਤੇ ਉਹਨਾਂ ਦੀ ਕਾਲੀ ਰਾਤ ਦਾ ਅੰਤ ਹੋ ਗਿਆ। ਗੁਰੂ ਦਾ ਸ਼ਬਦ ਜਿਹੜਾ ਹੁਣ ਉਹਨਾਂ ਦੇ ਹੋਠਾਂ ਉੱਤੇ ਸੀ, ਇਸ ਦੇ ਉਹ ਇੱਕੋ ਅਰਥ ਨੂੰ ਹੀ ਸਮਝਦੇ ਸਨ ਕਿ ਇਹ ਗੁਰੂ ਦਾ ਸ਼ਬਦ ਹੈ, ਗੁਰੂ ਦਾ ਪ੍ਰੇਮ ਹੈ, ਗੁਰੂ ਦੀ ਮਿਹਰ ਹੈ ਅਤੇ ਗੁਰੂ ਦੀ ਰੱਛਾ ਹੈ। ਫਿਰ ਦੁਹਰਾ ਦਈ, ਪਰ ਸੱਚ ਦੇ ਜਗਿਆਸੂਆਂ ਤੇ ਜਨ ਸਾਧਾਰਨ ਲਈ ਗੁਰੂ ਜੀ ਦਾ ਆਗਮਨ ਕੋਈ ਇਸ ਤਰ੍ਹਾਂ ਦੀ ਸਿੱਧੀ ਸਾਦੀ ਘਟਨਾ ਸੀ ਜਿਵੇਂ ਉਹਨਾਂ ਦੇ ਕੱਚ ਕੋਠਿਆਂ ਉੱਤੇ ਸੂਰਜ ਦਾ ਪ੍ਰਕਾਸ਼ ਹੋ ਗਿਆ ਹੋਵੇ, ਸੁਨਹਿਰੀ ਧੁੱਪ ਚੜ ਗਈ ਹੋਵੇ। ਉਹਨਾਂ ਨੂੰ ਆਪਣੇ ਸਭ ਕਸ਼ਟਾਂ ਨੂੰ ਨਿਵਾਰਨ ਵਾਲੀ ਔਸ਼ਧੀ ਮਿਲ ਗਈ ਤੇ ਉਹਨਾਂ ਦੀ ਕਾਲੀ ਰਾਤ ਦਾ ਅੰਤ ਹੋ ਗਿਆ। ਗੁਰੂ ਦਾ ਸ਼ਬਦ ਜਿਹੜਾ ਹੁਣ ਉਹਨਾਂ ਦੇ ਹੋਠਾਂ ਉੱਤੇ ਸੀ, ਇਸ ਦੇ ਉਹ ਇੱਕੋ ਅਰਥ ਨੂੰ ਹੀ ਸਮਝਦੇ ਸਨ ਕਿ ਇਹ ਗੁਰੂ ਦਾ ਸ਼ਬਦ ਹੈ, ਗੁਰੂ ਦਾ ਪ੍ਰੇਮ ਹੈ, ਗੁਰੂ ਦੀ ਮਿਹਰ ਹੈ ਅਤੇ ਗੁਰੂ ਦੀ ਰੱਛਾ ਹੈ। ਕਪਿਲ ਵਸਤੂ ਤੇ ਬੁੱਧ ਦੇ ਸਾਰੇ ਅਨੁਆਈਆਂ ਨੂੰ ਗਿਆਨ ਹੋ ਗਿਆ ਸੀ ਕਿ ਬੁੱਧ ਜੀ ਦੇ ਨਾਮ ਵਿੱਚ ਹੀ ਸਾਰੇ ਧਰਮ ਗ੍ਰੰਥ ਆ ਜਾਂਦੇ ਹਨ।
ਈਸਾ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਮੁਰੀਦ ਇੰਜ ਪ੍ਰਤੀਤ ਕਰਨ ਲੱਗ ਪਏ ਸਨ ਕਿ ਉਹਨਾਂ ਨੂੰ ਸਾਰੇ ਮਾਨਵ ਇਤਿਹਾਸ ਦਾ ਬੋਧ ਹੋ ਗਿਆ ਹੈ। ਪੰਜਾਬ ਦੇ ਸਿੱਖਾਂ ਨੇ ਵੀ ਪੁਰਾਣੇ ਸਭ ਕੁਝ ਨੂੰ ਭੁਲਾ ਦਿੱਤਾ ਤੇ ਗੁਰੂ ਜੀ ਦੇ ਆਗਮਨ ਨਾਲ ਇੰਜ ਜਾਤਾ ਜਿਵੇਂ ਉਹਨਾਂ ਦੇ ਘਰ ਗ੍ਰਹਿਸਥ ਵਿੱਚ ਨਵੇਂ ਚਾਨਣ ਨਾਲ ਰੋਸ਼ਨ ਹੋ ਗਏ ਹੋਣ ਅਤੇ ਉਹਨਾਂ ਦਾ ਅੰਦਰ ਪ੍ਰਕਾਸ਼ਮਾਨ ਹੋ ਗਿਆ ਹੋਵੇ। ਉਹਨਾਂ ਨੇ ਤੱਕ ਲਿਆ ਸੀ ਕਿ ਇਹ ਪਾਰ ਬ੍ਰਹਮ ਦਾ ਬ੍ਰਹਿਮੰਡੀ ਸਰੂਪ ਹੈ। ਹੁਣ ਮੌਤ ਜੀਵਨ ਦਾ ਅੰਤ ਨਹੀਂ ਸੀ ਰਹੀ। ਇਹ ਹੱਡ ਚੰਮ ਦਾ ਪੁਤਲਾ ਜੀਵਨ ਦੀ ਅਨਾਦੀ ਸਤਾ ਦਾ ਕੋਈ ਅੰਤਮ ਸਿੱਟਾ ਨਹੀਂ ਸੀ। ਲੋਕ ਇਹ ਗੱਲ ਭਲੀ ਭਾਂਤ ਜਾਣਨ ਲੱਗ ਪਏ ਸਨ ਕਿ ਬਿਪਤਾ ਵੇਲੇ ਗੁਰੂ ਅੱਗੇ ਇੰਜ ਪੁਕਾਰ ਕਰੋ ਜਿਵੇਂ ਬਾਲ ਨੂੰ ਮਾਂ ਪੁਕਾਰਦਾ ਹੈ। ਗੁਰੂ ਤੁਹਾਡੀ ਸਹਾਇਤਾ ਲਈ ਅਵਸ਼ ਪੁੱਜੇਗਾ ਤੇ ਉਹ ਆ ਗਿਆ ਹੈ। ਫਿਰ ਦੁਹਰਾ ਦਈਏ, ਲੋਕ ਇਹ ਗੱਲ ਭਲੀ ਭਾਂਤ ਜਾਣਨ ਲੱਗ ਪਏ ਸਨ ਕਿ ਬਿਪਤਾ ਵੇਲੇ ਗੁਰੂ ਅੱਗੇ ਇੰਜ ਪੁਕਾਰੋ ਜਿਵੇਂ ਬਾਲ ਮਾਂ ਨੂੰ ਪੁਕਾਰਦਾ ਹੈ। ਗੁਰੂ ਤੁਹਾਡੀ ਸਹਾਇਤਾ ਲਈ ਅਵਸ਼ ਪੁੱਜੇਗਾ ਤੇ ਉਹ ਆ ਗਿਆ ਹੈ। ਲੋਕ ਤਾਂ ਗੁਰੂ ਦੇ ਸ਼ਬਦਾਂ ਦੇ ਇਹੋ ਅਰਥ ਹੀ ਸਮਝਦੇ ਸਨ ਕਿ ਆਓ ਪ੍ਰਭੂ ਦਾ ਜਸ ਗਾਈਏ, ਉਸ ਦੇ ਸ਼ਬਦ ਦਾ ਕੀਰਤਨ ਕਰੀਏ, ਬਸ ਇਹੋ ਕੁਝ ਹੀ ਕਾਫੀ ਹੈ, ਹੋਰ ਕਿਸੇ ਚੀਜ਼ ਦੀ ਕੀ ਲੋੜ ਹੈ। ਹਾਂਜੀ, ਲੋਕ ਤਾਂ ਗੁਰੂ ਦੇ ਸ਼ਬਦਾਂ ਦਾ ਇਹੋ ਅਰਥ ਸਮਝਦੇ ਸਨ ਕਿ ਆਓ ਪ੍ਰਭੂ ਦਾ ਜਸ ਗਾਈਏ, ਉਸ ਦੇ ਸ਼ਬਦ ਦਾ ਕੀਰਤਨ ਕਰੀਏ, ਬਸ ਇਹੋ ਕੁਝ ਹੀ ਕਾਫੀ, ਹੋਰ ਕਿਸੇ ਚੀਜ਼ ਦੀ ਕੀ ਲੋੜ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ